ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੈਂ ਮਨਦੀਪ ਸਿੰਘ ਜੀ, ਬਾਬਾ ਹਜ਼ਾਰਾ ਸਿੰਘ ਕਾਲਜ ਗੁਰਦਾਸਪੁਰ ਤੋਂ ਜੀ। ਅਤੇ ਅੱਜ ਆਪਾਂ GSCD ਸਬਜੈਕਟ ਬਾਰੇ ਆਪਾਂ ਗੱਲ ਕਰਾਂਗੇ ਜੀ। ਜੈਨਰਿਕ ਸਕਿੱਲਸ ਐਂਟਰਪ੍ਰੇਨਰਸ਼ਿਪ ਐਂਡ ਡਿਵੈਲਪਮੈਂਟ ਬਾਰੇ ਜੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹਦੀ ਇੰਟਰੋਡਕਸ਼ਨ ਬਾਰੇ ਗੱਲ ਕਰ ਲੈਂਦੇ ਹਾਂ। ਜੈਨਰਿਕ ਸਕਿੱਲਸ ਜਿਹੜੇ ਆਪਣੇ ਜਿਹੜੀ term of the generic skill is widely used to refers to the range of the qualities and capacities are viewed as the important of industrial environment. These includes thinking skills such as logically and reasoning, problem solving, and intellectual curiosity, effective communication skills, teamwork, and capacity of the identify access of the manage knowledge and information। ਠੀਕ ਹੈ ਜੀ, ਆਪਾਂ ਇਹਨੂੰ ਥੋੜ੍ਹਾ ਜਿਹਾ ਆਸਾਨ ਤਰੀਕੇ ਦੇ ਨਾਲ ਆਪਣੀ ਮਾਤ ਭਾਸ਼ਾ ਦੇ ਵਿੱਚ ਥੋੜ੍ਹਾ ਜਿਹਾ ਯੋਗਦਾਨ ਪਾ ਲੈਂਦੇ ਹਾਂ ਕਿ ਜਿਹੜਾ ਉਦਯੋਗ ਵਾਤਾਵਰਨ ਵਿੱਚ ਮਹੱਤਵਪੂਰਨ ਗੁਣਾਂ ਅਤੇ ਸਮਰੱਥਾ ਦੀ ਵਰਤੋਂ ਕੀਤੀ ਜਾ ਸਕੇ। ਇਹਨਾਂ ਵਿੱਚ ਜਿਹੜੇ ਆਪਾਂ ਸਾਰੀਆਂ ਆਪਣੇ ਰੀਡ ਕੀਤਾ ਇੰਗਲਿਸ਼ ਵਿੱਚ ਕਿ ਉਹਦੇ ਸੋਚਣ ਦੇ ਹੁਨਰ, ਅੰਕਾਂ ਦਾ ਮੁਲਾਂਕਣ, ਵਿਸ਼ਲੇਸ਼ਣ ਕਰਨਾ, ਤਰਕ ਕਰਨਾ, ਸਮੱਸਿਆ ਦਾ ਹੱਲ ਕਰਨਾ ਅਤੇ ਉਹਦੀ ਬੌਧਿਕ ਸੋਚ ਬਾਰੇ, ਠੀਕ ਹੈ, ਕਿ ਉਹ ਕਿਸ ਤਰ੍ਹਾਂ ਦਾ ਪ੍ਰਭਾਵਸ਼ਾਲੀ, ਉਹਦਾ ਕਿੱਦਾਂ ਦਾ ਹੁਨਰ, ਕਿੱਦਾਂ ਦਾ ਉਹ ਟੀਮ ਵਰਕ ਕਿੱਦਾਂ ਦਾ ਕਰ ਰਿਹਾ, ਉਸ ਦੇ ਗਿਆਨ ਦੀ ਜਾਣਕਾਰੀ ਕਿੰਨੀ ਕੁ ਹੈ ਕਿ ਉਹਨੂੰ ਕਿੰਨਾ ਕੁ ਗਿਆਨ ਹੈਗਾ। ਵਿਅਕਤੀਗਤ ਗੁਣ ਜਿਵੇਂ ਕਿ ਕਲਪਨਾ ਕਰਨਾ, ਕਿ ਉਹ ਕਿਸ ਤਰ੍ਹਾਂ ਦੀ ਕਲਪਨਾ ਕਰਦਾ ਵਾ। ਰਚਨਾਤਮਕ ਕਿ ਉਹ ਕਿਸ ਤਰ੍ਹਾਂ ਦਾ, ਜਾਣੀ ਕਿ ਉਹ ਡਿਜ਼ਾਈਨ ਬਾਰੇ ਸੋਚਦਾ, ਕਿੱਦਾਂ ਦੀ ਉਹਦੀ ਬੌਧਿਕ ਕਠੋਰਤਾ ਹੈਗੀ ਆ, ਕਿੱਦਾਂ ਦਾ ਜਾਣੀ ਕਿ ਉਹ ਸੰਤੁਸ਼ਟ ਆ ਆਪਣੇ ਇਰਾਦਿਆਂ ਪ੍ਰਤੀ, ਠੀਕ ਹੈ ਜੀ। ਉਹਦਾ ਨੈਤਿਕ ਅਭਿਆਸ ਕਿੱਦਾਂ ਦਾ ਹੈਗਾ ਅਤੇ ਉਹਦੇ ਵਿੱਚ ਦ੍ਰਿੜਤਾ, ਜਾਣੀ ਕਿ ਸਹਿਣਯੋਗ, ਖੜ੍ਹੇ ਰਹਿਣ ਦੀ ਸਮਰੱਥਾ, ਭੱਜਣ ਜੋਗਾ ਵਾਲਾ ਨਾ ਹੋਵੇ, ਅਖੰਡਤਾ ਹੋਣੀ ਚਾਹੀਦੀ ਹੈ ਅਤੇ ਸਹਿਣਸ਼ੀਲਤਾ, ਜੋ ਕਿ ਬਹੁਤ ਹੀ ਜ਼ਰੂਰੀ ਇੱਕ ਆਪਣੇ ਕਿਸੇ ਵੀ ਆਮ ਆਦਮੀ ਦੀ ਵੀ ਅਤੇ ਕਿਸੇ ਵੀ ਆਪਣੇ ਪਰਸਨ ਵਾਸਤੇ ਸੰਵੇਦਨਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਅਖੰਡਤਾ, ਧਰਮਤਾ ਸਾਰਿਆਂ ਦੇ ਜਿਹੜਾ ਬਣਾਈ ਰੱਖਦਾ, ਜਿਹੜਾ ਅਖੰਡ ਰੂਪ ਵਿੱਚ ਕੰਮ ਚਲਾਉਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹ ਇੰਨੀ ਛੇਤੀ ਜਾਣੀ ਕਿ ਹਾਈਪਰ ਜਾਂ ਕੋਈ ਵੀ ਆਪਣਾ ਕੋਈ ਵੱਧ ਘੱਟ ਨਾ ਜਾਣੀ ਕਿ ਗੱਲ ਕਰੇ। ਸੰਵੇਦਨਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਕਿ ਸੂਚੀਬੱਧ ਹੁਨਰ ਦੇ ਵਿੱਚ ਆਪਾਂ ਇਹਦੀ ਗੱਲ ਕਰਦੇ ਹਾਂ ਕਿ ਜਿਹੜੇ ਮਹੱਤਵਪੂਰਕ ਜਾਣੀ ਕਿ ਜਿਹੜੇ ਸਰੀਰਕ ਹਿੱਸੇ ਹੁੰਦੇ ਹਨ, ਜੋ ਆਪਸੀ ਸੰਚਾਰ ਵਿੱਚ ਸਰੀਰ ਦੀ ਭਾਸ਼ਾ, ਦੂਸਰੇ ਮੁੱਖ ਤੌਰ 'ਤੇ ਮਾਨਸਿਕ ਹਿੱਸੇ ਹੁੰਦੇ ਹਨ, ਉਹਨਾਂ ਦੇ ਵਿੱਚ ਜਾਣੀ ਕਿ ਜਿਹੜਾ ਪਹੁੰਚਾਉਣ ਦੇ ਵਿੱਚ ਸਮਰੱਥਾ ਕਰਦਾ ਹੈ। ਕਿਉਂਕਿ ਕਿਸੇ ਵੀ ਜਿਹੜੀ ਕੰਪਨੀ ਆ, ਉਹਨਾਂ ਨੇ ਜੈਨਰਿਕ ਸਕਿੱਲ ਲਈ ਪਤਾ ਲਗਾਉਣਾ ਹੁੰਦਾ ਹੈ ਕਿ ਜਿਹੜਾ ਵੀ ਜਿਨ੍ਹਾਂ ਕੋਲ ਆਮ ਜਾਂ ਨੌਕਰੀਆਂ ਦੀ ਤਿਆਰੀ ਦੀ ਜਾਂ ਕੁਸ਼ਲਤਾ ਹੈ, ਜਿਨ੍ਹਾਂ ਨੂੰ ਜਾਣੀ ਕਿ ਨੌਕਰੀ ਚਾਹੀਦੀ ਹੁੰਦੀ ਹੈ, ਉਹਨਾਂ ਵਿੱਚ ਕੁਝ ਕੁਸ਼ਲਤਾ ਹੈ ਜਾਂ ਉਹਨਾਂ 'ਚ ਕੁਝ ਮਤਲਬ ਗਿਆਨ ਹੈ, ਉਹਨਾਂ ਦੇ ਕੰਮ ਦੇ ਵਾਤਾਵਰਨ ਵਿੱਚ ਜਾਣੀ ਕਿ ਜਿਹੜਾ ਜਿੱਦਾਂ ਦਾ ਉਹ ਆਪਣੇ ਵਾਤਾਵਰਨ ਦਿੱਤਾ ਵਾ ਉਹਦੇ ਵਿੱਚ ਫਿੱਟ ਰਹਿ ਕੇ, ਉਹਦੇ ਵਿੱਚ ਉਹਨੂੰ ਅਨੁਕੂਲ ਰਹਿ ਕੇ ਉਹ ਆਪਣਾ ਕੰਮ ਕਰ ਸਕਦੇ ਆ। ਅਤੇ ਸੈਕਿੰਡ ਇਹਦੇ ਵਿੱਚ ਇਹ ਹੁੰਦਾ ਕਿ ਜਾਣੀ ਕਿ ਜਿਹੜਾ ਆਪਾਂ ਵਿਸ਼ੇਸ਼ ਕੀਤਾ, ਜਿਹੜਾ ਮੁੱਖ ਖੇਤਰ ਆਪਾਂ ਨੇ ਸੰਸਥਾ ਦੇ ਸੁਤੰਤਰ ਰਹਿਣ ਦੇ, ਕਿਸੇ ਵੀ ਵਿਅਕਤੀ ਦੀ ਜਿਹੜੀ ਆ ਸਮੁੱਚੀ ਜਿਹੜੀ ਉਹਦੀ ਸੋਚ ਹੈਗੀ ਆ, ਜਿਹੜਾ ਉਹ ਰੁਜ਼ਗਾਰ ਯੋਗਤਾ ਹੈਗੀ ਆ, ਉਹਦੇ ਵਿੱਚ ਉਹਨੂੰ ਵਧੇਰੇ ਆਪਾਂ ਯੋਗਦਾਨ ਪਾ ਕੇ ਉਹਨੂੰ ਜਾਣੀ ਕਿ ਸਮੁੱਚੇ ਤੌਰ 'ਤੇ ਉਹਨੂੰ ਤਿਆਰ ਕਰ ਸਕੀਏ, ਉਸਨੂੰ ਉਸ ਤਰ੍ਹਾਂ ਦਾ ਇਨਵਾਇਰਮੈਂਟ ਜਾਣੀ ਕਿ ਜਿਹੜਾ ਵਾ ਦੇ ਸਕੀਏ। ਇਹਦੇ ਵਿੱਚ ਆਪਾਂ ਇੱਕ ਹੋਰ ਗੱਲ ਕਰ ਲੈਂਦੇ ਹਾਂ ਕਿ ਜਿੱਦਾਂ ਆਪਣੇ ਜਿਹੜੇ ਜੈਨਰਿਕ ਸਕਿੱਲਸ ਆ, ਉਹਦਾ ਹੋਰ ਸਮਝਣ ਵਾਸਤੇ ਵੀ ਉਸ ਆਦਮੀ ਦੀ ਯੋਗਤਾ ਅਨੁਸਾਰ ਕਮਿਊਨੀਕੇਸ਼ਨ ਸਕਿੱਲਸ, ਟੀਮ ਵਰਕਿੰਗ, ਜਿਹੜੀ ਪ੍ਰੋਬਲਮ ਸੋਲਵਿੰਗ ਕਪੈਸਿਟੀ ਹੋਣੀ ਚਾਹੀਦੀ ਆ, ਅਡੈਪਟੇਬਿਲਿਟੀ ਹੋਣੀ ਚਾਹੀਦੀ ਆ, ਜੋ ਕਿਸੇ ਵੀ ਜਾਣੀ ਕਿ ਕੰਮ ਦੇ ਅਨੁਕੂਲ ਆਪਣੇ ਨੂੰ ਅਡਾਪਟ ਕਰ ਸਕੇ। ਲਾਈਫ ਲੌਂਗ ਲਰਨਿੰਗ ਜਾਣੀ ਕਿ ਉਹਦੇ ਵਿੱਚ ਬਹੁਤ ਜ਼ਰੂਰੀ। ਸੈਲਫ ਐਸਟੀਮ, ਸਨਮਾਨ ਹਰ ਇੱਕ ਦਾ, ਜਾਣੀ ਕਿ ਜਿਹੜਾ ਵੀ ਇੰਪਲਾਏ ਜਾਂ ਜਿੱਥੇ ਵੀ ਉਹ ਆਪਣਾ ਕੰਮ ਕਰ ਲਿਆ, ਸੈਲਫ ਅਤੇ ਕਿਸੇ ਦਾ ਜਿਹੜਾ ਸਨਮਾਨ ਕਰਨਾ, ਅਤੇ ਐਥੈਟਿਕਸ ਅਤੇ ਉਹਦੇ ਜਾਣੀ ਕਿ ਨੈਤਿਕਤਾ ਅਤੇ ਜਿਹੜੇ ਗੁਣ ਵਾ ਉਹ ਵੀ ਹੋਣੇ ਬੜੇ ਜ਼ਰੂਰੀ ਹੈਗੇ ਆ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਇੰਪੋਰਟੈਂਸ ਆਫ
ਜੈਨਰਿਕ ਸਕਿੱਲਸ ਡਿਵੈਲਪਮੈਂਟ। ਠੀਕ ਹੈ ਜੀ। ਇਹਦੇ ਵਿੱਚ ਕੀ ਆ ਵੀ ਜਿਹੜਾ ਸਭ ਤੋਂ ਵੱਧ ਦੇਰ ਇਜ਼ ਦਾ ਹਾਈ ਡਿਮਾਂਡ ਆਫ ਜੈਨਰਿਕ ਸਕਿੱਲ ਇਨ ਦਾ ਵਰਕ ਪਲੇਸ, ਕਿ ਜਿਹੜੇ ਜੈਨਰਿਕ ਸਕਿੱਲਸ ਆ ਇਹਨਾਂ ਦੀ ਜ਼ਿਆਦਾ ਜ਼ਰੂਰਤ ਕਿੱਥੇ ਪੈਂਦੀ ਆ ਵਰਕ ਪਲੇਸ 'ਤੇ। ਜਿਹੜੇ ਇੰਪਲਾਇਰ ਸੀਕ ਟੂ ਇਨਸ਼ਿਓਰ ਦਾ ਬਿਜ਼ਨਸ ਸਕਸੈਸ ਬਾਈ ਦਾ ਰਿਕਰੂਟਿੰਗ ਐਂਡ ਦਾ ਰਿਟੇਨਿੰਗ ਇੰਪਲਾਈ ਹੂ ਹੈਵ ਟੂ ਵੈਰਾਈਟੀ ਆਫ ਦਾ ਸਕਿੱਲਸ ਐਂਡ ਦਾ ਪਰਸਨਲ ਐਟਰੀਬਿਊਟਸ ਐਜ਼ ਵੈਲ ਐਜ਼ ਟੈਕਨੀਕਲ ਸਕਿੱਲਸ ਦਾ ਗਰੋਇੰਗ ਦਾ। ਠੀਕ ਹੈ ਜੀ। ਇਹਨੂੰ ਆਪਾਂ ਥੋੜ੍ਹਾ ਹੋਰ ਆਸਾਨ ਤਰੀਕੇ ਦੇ ਨਾਲ ਸਮਝ ਲੈਂਦੇ ਹਾਂ ਕਿ ਜਿਹੜੇ ਕੋਈ ਵੀ ਜਿਹੜਾ ਮਾਲਕ ਕਾਰੋਬਾਰ ਜਾਂ ਜਿਹੜਾ ਵੀ ਸਧਾਰਨ ਕੁਸ਼ਲਤਾ ਜਿਹੜੀ ਆ, ਜਿਹੜੇ ਆਪਾਂ ਜਿਹਦੇ ਨਾਲ ਇਹ ਕੰਮ ਕਰਦੇ ਹਾਂ, ਸਧਾਰਨ ਕੁਸ਼ਲਤਾ ਦੇ ਨਾਲ ਜਿਹੜਾ ਇੱਕ ਉੱਚ ਮੰਗ ਹੈ ਕਿ ਮਾਲਕ ਕਾਰੋਬਾਰ ਜਿਹੜੀ ਮਾਲਕ ਜਿਹੜਾ ਕਾਰੋਬਾਰ ਕਰਦਾ ਹੈ ਉਹ ਯਕੀਨੀ ਬਣਾਉਂਦਾ ਹੈ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਜਿਹੜੇ ਕਰਮਚਾਰੀ ਆ ਜਿਹੜੇ ਉਹਨਾਂ ਦੇ ਜਾਣੀ ਕਿ ਜਿਹੜੇ ਉਹਨਾਂ ਨੇ ਕਰਮਚਾਰੀ ਰੱਖਣੇ ਆ ਕਾਰੋਬਾਰੀਆਂ ਨੇ, ਕਿ ਉਹਨਾਂ ਦੀ ਭਰਤੀ ਉਹਨਾਂ ਦੀ ਜਿਹੜੀ ਆ ਬਰਕਰਾਰ ਰੱਖਦੇ ਆ ਜਿਨ੍ਹਾਂ ਕੋਲ ਕਈ ਤਰ੍ਹਾਂ ਕੁਝ ਤਰ੍ਹਾਂ ਦੀ ਕੁਸ਼ਲਤਾ ਯਾਨੀ ਕੁਝ ਯਾਨੀ ਕਿ ਜਿਹੜੀਆਂ ਵਿਸ਼ੇਸ਼ਤਾਵਾਂ ਹੋਣ ਅਤੇ ਨਿੱਜੀ ਗੁਣ ਹੋਣ, ਜਿਨ੍ਹਾਂ ਨੂੰ ਆਪਾਂ ਜੈਨਰਿਕ ਸਕਿੱਲ ਕਹਿ ਲੈਂਦੇ ਹਾਂ ਵੀ ਉਹਦੇ ਕੋਲ ਨਿੱਜੀ ਗੁਣ ਹੋਣ ਅਤੇ ਨਾਲ ਹੀ ਉਹ ਤਕਨੀਕੀ ਹੁਨਰ ਅਤੇ ਉੱਚ ਸਿੱਖਿਆ ਅਤੇ ਆਮ ਹੁਨਰ ਉੱਤੇ ਵੀ ਵੱਧ ਰਹੇ ਜ਼ੋਰ ਦੇ ਜਿਹੜੇ ਸਰੋਤ ਹਨ ਉਹਨਾਂ ਦੇ ਬਾਰੇ ਵੀ ਜਾਣੂ ਹੋਵੇ। ਇੱਕ ਅੱਜ ਕੱਲ੍ਹ ਦੇ ਜਿੱਦਾਂ ਗ੍ਰੈਜੂਏਟ ਲਈ ਸਧਾਰਨ ਯੋਗਤਾ ਪ੍ਰਾਪਤ ਕਰਨ ਲਈ ਵਪਾਰ ਅਤੇ ਮਾਲਕ ਸੰਗਠਨ ਦੀ ਵੱਧ ਰਹੀ ਜਿਹੜੀ ਮੰਗ ਵਾ, ਅੱਜ ਦੇ ਜਿਹੜੇ ਇੰਜੀਨੀਅਰ ਜਾਂ ਗ੍ਰੈਜੂਏਟ ਤਕਨੀਕੀ ਯੋਗਤਾ ਦੀ ਜਿਹੜੀ ਆ ਉਹ ਘਾਟ ਨਹੀਂ ਹੈ, ਪਰ ਇਹਨਾਂ ਗ੍ਰੈਜੂਏਟਾਂ ਕੋਲ ਆਮ ਹੁਨਰ ਵਿੱਚ ਜਿਹੜੀ ਯੋਗਤਾ ਦੀ ਬਹੁਤ ਘਾਟ ਹੈ, ਕਿਉਂਕਿ ਉਹਨਾਂ ਨੂੰ ਆਪਣੇ ਤਕਨੀਕੀ ਕੁਸ਼ਲਤਾ ਨੂੰ ਵਧੇਰੇ ਪ੍ਰਭਾਵਸ਼ਾਲੀ ਵਰਤਣ ਦੀ ਸਮਰੱਥਾ ਕਰਦਿਆਂ ਸਧਾਰਨ ਹੁਨਰ ਨੂੰ ਆਪਣੀਆਂ ਤਕਨੀਕੀ ਕਾਬਲੀਅਤਾਂ ਨੂੰ ਇੱਕ ਟੀਮ ਦੇ ਹਿੱਸੇ ਵਜੋਂ ਵਰਤਣਾ, ਨਾਰਾਜ਼ ਟਕਰਾਰ ਦੀ ਬਜਾਏ ਵਿਵਾਦ ਨੂੰ ਸਮਝਣ ਦੀ ਜ਼ਰੂਰਤ ਹੈ ਅਤੇ ਆਪਣੇ ਅੰਤਰ ਨੂੰ ਰੁਕਾਵਟ ਦੀ ਬਜਾਏ ਰਚਨਾਤਮਕ ਅਵਸਰ ਤੋਂ ਸਵੀਕਾਰ ਕਰਕੇ ਸਫਲਤਾ ਪ੍ਰਾਪਤ ਕਰਨ ਲਈ ਜਾਣੀ ਕਿ ਜਿਹੜੇ ਅੱਜ ਦੇ ਇੰਜੀਨੀਅਰ ਨੂੰ ਟੀਮ ਮੈਂਬਰ ਬਣ ਕੇ ਵੱਧ ਤੋਂ ਵੱਧ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਕੰਮ ਕਰਦੇ ਹਨ ਉਹਨਾਂ ਨਾਲ ਵਧਣਾ ਫੁੱਲਣਾ ਚਾਹੀਦਾ ਹੈ। ਅਤੇ ਮਾਲਕ ਦੁਆਰਾ ਦਾਖਲੇ ਪੱਧਰ ਦੀਆਂ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਹੁਣ ਬਹੁਤ ਹੀ ਜ਼ਿਆਦਾ ਹੇਠਲੇ ਪੱਧਰ ਦਾ ਪ੍ਰਸਾਰ ਕੀਤਾ ਜਾਂਦਾ ਕਿ ਉਹ ਜਿਹੜੇ ਸਕਿੱਲਸ ਹੈਗੇ ਆ ਉਹਨਾਂ ਨੂੰ ਮੱਦੇ ਨਜ਼ਰ ਨਹੀਂ ਰੱਖਿਆ ਜਾਂਦਾ ਅਤੇ ਮਾੜੇ ਸੁਭਾਅ ਵਾਲੇ ਅਤੇ ਆਤਮ ਵਿਸ਼ਵਾਸ ਤੋਂ ਜਿਹੜੇ ਸਿੱਖਣੇ ਹਨ ਉਹਨਾਂ ਬੰਦਿਆਂ ਨੂੰ ਜਾਣੀ ਕਿ ਜਿਹੜਾ ਵਾ ਉਹ ਜੋਬ ਦਿੱਤੀ ਜਾਂਦੀ ਹੈ ਅਤੇ ਜਿਹਦੇ ਕਾਰਨ ਕਰਕੇ ਉਹ ਸਾਰਾ ਹੀ ਜਿਹੜਾ ਬੁਨਿਆਦੀ ਢਾਂਚਾ ਆਪਣਾ ਜਿਹੜਾ ਵਾ ਉਹ ਸਥਿਰ ਨਹੀਂ ਰਹਿੰਦਾ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਗਲੋਬਲ ਐਂਡ ਲੋਕਲ ਸੈਨੈਰੀਓ ਆਫ GSCD। ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜੈਨਰਿਕ ਸਕਿੱਲਸ ਆਰ ਆਲਸੋ ਨੋਨ ਐਜ਼ ਦਾ ਨੰਬਰ ਆਫ ਟਰਮ ਓਵਰਸੀਜ਼। In some countries they are the specially employed related, while in other greater has been placed on other social relevance। ਠੀਕ ਹੈ ਜੀ। ਇਹਦੇ ਵਿੱਚ ਆਪਾਂ ਗੱਲ ਕਰ ਦਿੰਦੇ ਹਾਂ ਗਲੋਬਲ ਐਂਡ ਲੋਕਲ ਸੈਨੈਰੀਓ ਆਫ GSCD ਜੀ, ਕਿ ਜਿਹੜੇ ਸਧਾਰਨ ਹੁਨਰ ਦੇ ਗਲੋਬਲ ਅਤੇ ਲੋਕਾਂ ਦੀ ਸਥਿਤੀ ਨੂੰ ਵਿਦੇਸ਼ਾਂ ਵਿੱਚ ਵੀ ਕਈ ਸ਼ਰਤਾਂ ਦੁਆਰਾ ਜਾਣਿਆ ਜਾਂਦਾ ਹੈ ਅਤੇ ਕੁਝ ਦੇਸ਼ਾਂ ਵਿੱਚ ਉਹ ਵਿਸ਼ੇਸ਼ ਤੌਰ 'ਤੇ ਰੁਜ਼ਗਾਰ ਨਾਲ ਜੁੜੇ ਹੁੰਦੇ ਹਨ, ਜਦੋਂ ਕਿ ਦੂਜੇ ਵਿੱਚ ਉਹਨਾਂ ਦੀ ਸਮਾਜਿਕ ਸਾਖਰਤਾ ਜਿਹੜੀ ਹੁੰਦੀ ਆ ਉਹ ਸਾਖਰਤਾ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਅਤੇ ਇਹਦੇ ਵਿੱਚ ਜਾਣੀ ਕਿ ਜਿੱਦਾਂ ਆਪਾਂ ਕੰਟਰੀਜ਼ ਦੀ ਗੱਲ ਕਰ ਲੈਂਦੇ ਹਾਂ, ਜਿੱਦਾਂ ਯੂਨਾਈਟਿਡ ਕਿੰਗਡਮ ਹੈਗਾ ਉਹ ਕੋਰ ਸਕਿੱਲਸ 'ਤੇ ਕੰਮ ਕਰਦਾ ਹੈ, ਕਾਮਨ ਸਕਿੱਲਸ 'ਤੇ ਕੰਮ ਕਰਦਾ ਹੈ। ਨਿਊਜ਼ੀਲੈਂਡ ਐਸੈਸ਼ਨਲ ਸਕਿੱਲਸ ਜਿਹੜੇ ਮੁੱਖ ਸਕਿੱਲਸ ਉਹਨਾਂ 'ਤੇ ਕੰਮ ਕਰਦਾ ਹੈ। ਆਸਟ੍ਰੇਲੀਆ ਜਿਹੜਾ ਆ ਉਹ ਇੰਪਲਾਏਬਿਲਿਟੀ ਸਕਿੱਲਸ ਰੋਜ਼ਗਾਰ ਸਕਿੱਲਸ ਅਤੇ ਜੈਨਰਿਕ ਸਕਿੱਲਸ 'ਤੇ ਠੀਕ ਹੈ ਜੀ ਉੱਤੇ ਕੰਮ ਕਰਦਾ ਹੈ। ਕੈਨੇਡਾ ਇੰਪਲਾਏਬਿਲਿਟੀ ਸਕਿੱਲਸ 'ਤੇ ਕੰਮ ਕਰਦਾ ਹੈ। ਇਸ ਤਰ੍ਹਾਂ ਜਿੱਦਾਂ ਆਪਣਾ ਉਹਨਾਂ ਨੇ ਆਪਣਾ ਸਿੰਗਾਪੁਰ ਵਾ ਉਹ ਕ੍ਰਿਟੀਕਲ ਅਨੇਬਲਿੰਗ ਸਕਿੱਲਸ 'ਤੇ ਕੰਮ ਕਰਦਾ ਹੈਗਾ। ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਉਹਨਾਂ ਨੇ ਗੱਲ ਕਰਦੇ ਹਾਂ ਜਿੱਦਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਲਾਈਫ ਲੌਂਗ ਲਰਨਿੰਗ ਦੇ ਉੱਤੇ। ਦਾ ਟਰਮ ਰੈਗੋਨਾਈਜ਼ਸ ਦੈਟ ਦਾ ਲਰਨਿੰਗ ਦਾ ਨਾਟ
confined the childhood or the classroom, but take place throughout life and in the range of the situations. Lifelong education means the education resulting from the integrations of formal. ਇਹਨੂੰ ਆਪਾਂ ਹੋਰ ਥੋੜਾ ਈਜ਼ੀ ਤਰੀਕੇ ਦੇ ਨਾਲ ਸਮਝ ਲੈਂਦੇ ਹਾਂ ਕਿ ਇਹ ਕੀ ਆਪਣੀ ਹੈਗੇ ਆ ਜੀ। ਜਿਹੜਾ ਲਾਈਫ ਲੌਂਗ ਲਰਨਿੰਗ ਹੈਗਾ, ਉਹ ਸ਼ਬਦ ਜਿਹੜੇ ਸਿਖਲਾਈ ਉਹਨੂੰ ਆਪਾਂ ਇੱਦਾਂ ਕਹਿ ਲਈਏ ਕਿ ਉਹ ਸ਼ਬਦ ਇਹ ਜਾਣਦਾ ਕਿ ਜਿਹੜੀ ਸਿਖਲਾਈ ਆ ਉਹ ਸਿਰਫ ਬਚਪਨ ਜਾਂ ਕਲਾਸਰੂਮ ਤੱਕ ਸੀਮਿਤ ਨਹੀਂ ਹੈ। ਬਚਪਨ ਜਾਂ ਕਲਾਸਰੂਮ ਤੱਕ ਸੀਮਿਤ ਨਹੀਂ ਹੁੰਦੀ, ਬਲਕਿ ਸਾਰੀ ਉਮਰ ਅਤੇ ਕਈ ਤਰ੍ਹਾਂ ਦੇ ਭਾਗਾਂ ਵਿੱਚ ਹੁੰਦੀ ਹੈ, ਇਕੱਲੀ ਕਲਾਸਰੂਮ 'ਚ ਨਹੀਂ। ਲੰਮੀ ਸਿੱਖਿਆ ਜੀਵਨ ਵਿੱਚ ਲੰਮੀ ਸਿੱਖਿਆ ਦਾ ਮਤਲਬ ਹੈ ਕਿ ਸਿੱਖਿਆ ਦੇ ਨਤੀਜੇ ਵਜੋਂ ਗੈਰ ਰਸਮੀ ਅਤੇ ਗੈਰ ਰਸਮੀ ਸਿੱਖਿਆ ਦਾ ਏਕੀਕਰਨ ਹੈ। ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਏਕੀਕਰਨ ਕਰਨਾ ਹੈ। ਸਧਾਰਨ ਹੋਣ ਦੀ ਜਾਣ ਪਛਾਣ ਸਮੇਂ ਸਾਰੀਆਂ ਸਵਾਲ ਉੱਤੇ ਨਿਰੰਤਰ ਕਰਨਾ। ਇਹ ਇੱਕ ਨਿਰੰਤਰ ਲੰਮੀ ਜੀਵਨ ਪ੍ਰਕਿਰਿਆ ਜਨਮ ਤੋਂ ਲੈ ਕੇ ਸਾਡੀ ਜ਼ਿੰਦਗੀ ਦੇ ਅੰਤ ਤੱਕ ਦੀ ਜਾਣੀ ਕਿ ਜਿਹੜੀ ਆ ਇਹ ਪ੍ਰਕਿਰਿਆ ਹੈ ਲਾਈਫ ਲੌਂਗ ਲਰਨਿੰਗ। ਕਿ ਆਪਾਂ ਜਿਹੜਾ ਆਪਣਾ ਜੀਵਨ ਤੋਂ ਲੈ ਕੇ ਕਲਾਸਰੂਮ ਤੋਂ ਲੈ ਕੇ ਆਪਣੇ ਸਾਰੇ ਐਂਡ ਤੱਕ ਜਾਣੀ ਕਿ ਜਿਹਦੇ ਬਾਰੇ ਆਪਾਂ ਸੋਚਦੇ ਹਾਂ, ਗੱਲਾਂ ਵਿਚਾਰਾਂ ਕਰਦੇ ਹਾਂ, ਉਹਨੂੰ ਧਿਆਨ ਵਿੱਚ ਰੱਖਣਾ। ਜਿਹੜਾ ਲਾਈਫ ਇੰਪੋਰਟੈਂਸ ਆਫ ਲਾਈਫ ਲੌਂਗ ਲਰਨਿੰਗ ਬਾਰੇ ਆਪਾਂ ਗੱਲ ਕਰਨੀ। ਟੂ ਰਿਮੇਨ ਦਾ ਕੰਪੋਨੈਂਟਸ ਫੋਰ ਆਲ ਦਾ ਬੈਨੀਫਿਟਸ ਆਫ ਯੂਰ। ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਆਪਣੇ ਇਹਦੇ ਇੰਪੋਰਟੈਂਟਸ ਪਾਰਟਸ ਦਿੱਤੇ ਹੋਏ ਆ, ਜਿਹੜੇ ਥੋੜ੍ਹੇ ਸਟੈਪ ਆ ਕਿ ਇਹਦੇ ਵਿੱਚ ਆਪਾਂ ਨੂੰ ਕਿਹੜੀਆਂ ਗੱਲਾਂ ਨੂੰ ਜਾਣੀ ਕਿ ਜਿਹੜਾ ਯਕੀਨੀ ਬਣਾਉਣਾ ਪੈਣਾ। ਸਭ ਤੋਂ ਪਹਿਲਾਂ ਜਿੱਦਾਂ ਆਪਾਂ ਨੇ ਗੱਲ ਕਰ ਲਈ, ਟੂ ਰਿਮੇਨ ਦਾ ਕੰਪੋਨੈਂਟਸ ਆਫ ਬੈਨੀਫਿਟਸ ਆਫ ਯੂਰ ਇੰਪਲੋਏ, ਕਿ ਜਿਹੜਾ ਤੁਹਾਡੇ ਮਾਲਕ ਦੇ ਲਾਭ ਲਈ ਕਾਬਲ ਬਣਨਾ ਪੈਣਾ ਆਪਾਂ ਨੂੰ, ਜੇ ਆਪਾਂ ਲਾਈਫ ਲੌਂਗ ਲਰਨਿੰਗ ਜਾਣੀ ਕਿ ਸਾਰੇ ਜਿਹੜੀ ਹੈ ਆਪਣੀ ਸਕਿੱਲਸ ਪ੍ਰਾਪਰਟੀ ਲੈਣੀਆਂ ਹੈਗੀਆਂ। ਸੈਕਿੰਡ ਹੈਗਾ ਟੂ ਗੇਨ ਦਾ ਨੌਲੇਜ ਨੀਡਡ ਟੂ ਮੂਵ ਇਨਟੂ ਦਾ ਨਿਊ ਏਰੀਆ ਆਫ ਬਿਜ਼ਨਸ। ਆਪਾਂ ਨੂੰ ਵਪਾਰ ਅਤੇ ਨਵੇਂ ਖੇਤਰ ਵਿੱਚ ਜਾਣਕਾਰੀ ਲੋੜੀਂਦਾ ਗਿਆਨ ਪ੍ਰਾਪਤ ਕਰਨਾ ਪਵੇਗਾ। ਆਪਾਂ ਨੂੰ ਵਪਾਰ ਦੇ ਨਵੇਂ ਖੇਤਰ ਵਿੱਚ ਜਿਹੜਾ ਲੋੜੀਂਦਾ ਗਿਆਨ ਪ੍ਰਾਪਤ ਕਰਨਾ ਪਵੇਗਾ, ਫਿਰ ਹੀ ਆਪਾਂ ਜਾਣੀ ਕਿ ਉਸ ਕੰਮ ਨੂੰ ਯਕੀਨੀ ਬਣਾ ਸਕਦੇ ਹਾਂ। ਥਰਡ ਪੁਆਇੰਟ ਹੈ ਟੂ ਡਿਵੈਲਪ ਦਾ ਸਕਿੱਲ ਨੀਡਡ ਫੋਰ ਪ੍ਰਮੋਸ਼ਨ ਸੱਚ ਐਜ਼ ਦਾ ਮੈਨੇਜਮੈਂਟ ਐਕਸਰਸਾਈਜ਼। ਠੀਕ ਹੈ, ਇਹਦੇ ਵਿੱਚ ਆਪਾਂ ਕਹਿੰਦਾ ਤਰੱਕੀ ਲਈ ਲੋੜੀਂਦੀ ਹੁਨਰ ਆਪਣਾ ਜਿਹੜਾ ਉਹ ਆਪਾਂ ਨੂੰ ਟੂ ਡਿਵੈਲਪ ਦਾ ਸਕਿੱਲ ਨੀਡਡ ਦਾ ਪ੍ਰਮੋਸ਼ਨ, ਆਪਾਂ ਨੂੰ ਲੋੜੀਂਦੇ ਸਕਿੱਲ ਹੋਣੇ ਚਾਹੀਦੇ ਆ, ਯਾਨੀ ਕਿ ਜਿਨ੍ਹਾਂ ਦੇ ਨਾਲ ਆਪਾਂ ਅੱਗੇ ਆਪਾਂ ਪ੍ਰਮੋਸ਼ਨ ਲੈ ਸਕੀਏ। ਫੋਰਥ ਕਹਿੰਦਾ ਟੂ ਲਰਨ ਦਾ ਨਿਊ ਸਕਿੱਲ ਸੱਚ ਐਜ਼ ਏ ਨਿਊ ਲੈਂਗੁਏਜ। ਆਪਾਂ ਨੂੰ ਨਵੀਂ ਹੁਨਰ ਸਿੱਖਣ ਲਈ ਜਿੱਦਾਂ ਕੋਈ ਨਵੀਂ ਭਾਸ਼ਾ ਆਪਣੀ ਸਿੱਖਣੀ ਹੋਵੇ, ਉਹਦੇ ਵਾਸਤੇ ਵੀ ਆਪਾਂ ਨੂੰ ਤਿਆਰ ਰਹਿਣਾ ਪੈਣਾ। ਟੂ ਮੇਨ ਅਪ ਟੂ ਡਾਟਾ ਐਂਡ ਵਿਦ ਦਾ ਨਿਊ ਡਿਵੈਲਪਮੈਂਟ ਇਨ ਯੂਰ ਏਰੀਆ ਆਫ ਦਾ ਐਕਸਪਰਟਸ। ਕਹਿੰਦਾ ਜਿਹੜਾ ਰਹਿਣਾ ਆਪਣੀ ਮਹਾਰਤ ਦੇ ਖੇਤਰ ਵਿੱਚ ਆ ਅਤੇ ਇਹਦੇ ਵਿਕਾਸ ਅਤੇ ਨਵੀਕਰਤਾ ਦੇ ਨਾਲ ਆਪਾਂ ਨੂੰ ਜੁੜਨਾ ਪੈਣਾ। ਟੂ ਕੀਪ ਦਾ ਐਵਰੈਸਟ ਐਟ ਦਾ ਨਿਊ ਐਡਵਾਂਸ ਇਨ ਦਾ ਟੈਕਨੋਲੋਜੀ। ਕਹਿੰਦਾ ਟੈਕਨੋਲੋਜੀ ਵਿੱਚ ਨਵੀਂ ਤਕਨੀਕ ਅਤੇ ਤਰੱਕੀ ਨੂੰ ਪ੍ਰਗਟਾਤਾ ਜਿਹੜੀ ਆ ਉਹ ਵੀ ਆਪਾਂ ਨੂੰ ਬਣਾਈ ਰੱਖਣੀ ਪੈਣੀ ਹੈ। ਠੀਕ ਹੈ ਜੀ, ਇਹਦੇ ਵਿੱਚ ਆਪਾਂ ਥੋੜ੍ਹੇ ਬਹੁਤੇ ਕਿਤੇ ਕੋਈ ਰਹਿ ਗਏ ਹੋਏ ਟੌਪਿਕ ਆਪਾਂ ਇਹਨੂੰ ਕੰਪਲੀਟ ਕੀਤਾ ਜੀ। ਅਤੇ ਅੱਜ ਦੇ ਲਈ ਬਸ ਠੀਕ ਇੰਨਾ ਹੀ ਹੈ ਜੀ। ਇੱਕ ਚੈਪਟਰ ਆਪਣਾ ਕੰਪਲੀਟ ਹੋ ਜਾਂਦਾ। ਅਤੇ ਥੈਂਕ ਯੂ ਜੀ, ਧੰਨਵਾਦ ਸਾਰਿਆਂ ਦਾ।